ਜਿਹੜਾ ਟੋਲ ਪਲਾਜ਼ਾ ਪਹਿਲਾਂ ਇਹ ਅਕਾਲੀ ਦਲ ਗਵਰਨਮੈਂਟ ਵੇਲੇ ਉੱਥੇ ਇੰਸਟਾਲ ਹੋਇਆ ਤੇ ਉਸ ਤੋਂ ਬਾਅਦ 17 ਚ ਕਾਂਗਰਸ ਆਈ ਤੇ ਉਹਨਾਂ ਨੇ ਵੀ ਇਹਦੇ ਤੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਮੈਂ 2014 ਤੋਂ ਲੜਾਈ ਲੜ ਰਿਹਾ ਇਸ ਟੋਲ ਪਲਾਜ਼ੇ ਦੀ, ਤੇ ਚਾਹੇ ਮਾਨਯੋਗ ਹਾਈ ਕੋਰਟ, ਚਾਹੇ ਸੈਸ਼ਨ ਕੋਰਟ ਤੇ ਚਾਹੇ ਲੋਅਰ ਕੋਰਟ, ਹਰ ਇੱਕ ਕੋਰਟ ਦੇ ਵਿੱਚ ਹਰ ਸਾਲ ਟੋਲ ਪਲਾਜ਼ੇ ਵਾਲੇ ਜੋ ਉਹਨਾਂ ਦਾ ਮੈਨੇਜਮੈਂਟ ਸੀ ਉਹਨਾਂ ਨੇ ਮੇਰੇ ਅਗੇਂਸਟ ਜਿਹੜੇ ਕੇਸ ਫਾਈਲ ਕਰੇ। ਤੇ ਅੱਜ ਵੀ ਜਿਹੜਾ ਕੇਸ ਅੱਜ ਵੀ ਮੇਰੇ ਤੇ ਚੱਲ ਰਿਹਾ, ਜਿਹਦੀ ਆਉਣ ਵਾਲੀ 4-10 ਤਰੀਕ ਜਿਹੜੀ ਪੈਂਡਿੰਗ ਆ ਇਲੈਕਸ਼ਨ ਦੇ ਵਿੱਚ ਵੀ ਹੋਈ, ਤੇ ਮੈਂ ਉਹ ਤੁਹਾਨੂੰ ਦੱਸਣਾ ਚਾਹਣਾ। ਅਚੀਵਮੈਂਟ ਉਹਨਾਂ ਦੀ ਮੈਂ ਇਸ ਕਰਕੇ ਮੰਨਦਾ, ਜੇ ਉਹਨਾਂ ਨੇ ਕਦੇ, ਕਿਉਂਕਿ ਤੁਹਾਨੂੰ ਪਤਾ ਸੰਗਰੂਰ ਲੋਕ ਸਭਾ ਤੋਂ 2 ਵਾਰ ਇਲੈਕਟ ਹੋ ਚੁੱਕੇ ਨੇ ਭਗਵੰਤ ਮਾਨ ਜੀ, ਤੇ ਪਰ ਉਹਨਾਂ ਦਿਨਾਂ ਦੇ ਵਿੱਚ, ਕਿਉਂਕਿ 2014 ਤੋਂ ਇਹ ਲੜਾਈ ਚੱਲ ਰਹੀ ਆ, ਉਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਵੀ ਕਦੇ ਉਹ ਸਾਡੇ ਨਾਲ ਉਹਨਾਂ ਨੇ ਸ਼ਮੂਲੀਅਤ ਕੀਤੀ ਹੁੰਦੀ ਜਾਂ ਕਦੇ ਉਹਨਾਂ ਨੇ ਹੱਕ ਦੇ ਵਿੱਚ ਨਾਅਰਾ ਮਾਰਿਆ ਹੁੰਦਾ ਕਿ ਇਹ ਟੋਲ ਪਲਾਜ਼ਾ ਜਿਹੜਾ ਗਲਤ ਪਲਾਂਟ ਹੋਇਆ, ਕਿਉਂਕਿ ਉਹ ਸੜਕ ਆਲਰੇਡੀ ਪਹਿਲਾਂ ਬਣੀ ਹੋਈ ਸੀ। ਬਣੀ ਹੋਈ ਸੜਕ ਦੇ ਉੱਪਰ ਟੋਲ ਪਲਾਜ਼ਾ ਇੰਸਟਾਲ ਹੋਇਆ। ਇੰਸਟਾਲ ਹੋਣ ਤੋਂ ਬਾਅਦ ਸਿਰਫ ਉਹਦੀ ਰਿਪੇਅਰ ਕਰਨ ਦੇ ਲਈ ਉਹ ਟੋਲ ਪਲਾਜ਼ਾ ਲੱਗਿਆ ਸੀ। ਤੇ ਸਾਡੇ ਧੂਰੀ ਨੂੰ, ਚਾਹੇ ਆਲੇ ਦੁਆਲੇ ਦੇ ਏਰੀਆਜ਼ ਨੂੰ, ਚਾਹੇ ਅੰਮ੍ਰਿਤਸਰ ਤੋਂ ਕਿਸੇ ਨੇ ਦਿੱਲੀ ਜਾਣਾ, ਤੇ ਸਾਰਿਆਂ ਨੂੰ ਉਹ ਟੋਲ ਪਲਾਜ਼ਾ ਵਿੱਚ ਆਉਂਦਾ ਸੀਗਾ। ਤੇ ਇਹ ਜਿਹੜੀ ਚੀਜ਼ ਆ, ਇਹ ਜਿਹੜੀ ਸਾਰੀ ਇੱਕ ਕਨਵਰਸੇਸ਼ਨ ਜਿਹੜੀ ਉਹਨਾਂ ਨੇ ਕਰੀ, ਉਹਦੇ ਦੇ ਉੱਪਰ ਮੈਂ ਬਾਬਤ ਤੁਹਾਡੇ ਨਾਲ ਗੱਲ ਕਰਨੀ ਚਾਹ ਰਿਹਾ ਕਿ ਕੱਲ ਜੇ ਉਹ ਆਪਣੀ ਇੱਕ ਪੋਜ਼ਿਟਿਵ ਰਾਜਨੀਤੀ ਕਰਦੇ, ਆਪਦੀ ਸਪੀਚ ਦੇ ਵਿੱਚ ਉਹ ਇਹ ਕਹਿੰਦੇ ਕਿ ਇੱਕ ਨੌਜਵਾਨ ਮੁੰਡਾ ਜਿਹੜਾ ਲਗਾਤਾਰ 2014 ਤੋਂ ਲੜ ਰਿਹਾ, ਜਿਹਨੇ ਲੋਕਾਂ ਦੇ ਇਹ ਟੋਲ ਪਲਾਜ਼ੇ ਤੋਂ ਬਚਾਉਣ ਦੇ ਲਈ ਆਪ ਪੈਸੇ ਇਕੱਠੇ ਕਰਕੇ ਸੜਕ ਬਣਾ ਕੇ ਦਿੱਤੀ, ਜਿਹਦੇ ਉੱਤੋਂ ਲੋਕ ਲੰਘਦੇ ਸੀ, ਤੇ ਜਿਹਦੇ ਤਹਿਤ ਮੈਂ ਇੰਨੇ ਕੇਸ ਚੱਲ ਰਿਹਾ, ਤਾਂ ਮੈਨੂੰ ਲੱਗਦਾ ਇੱਕ ਪੋਜ਼ਿਟਿਵ ਰਾਜਨੀਤੀ ਹੋਣੀ ਚਾਹੀਦੀ ਸੀਗੀ। ਇੱਕ ਪੋਜ਼ਿਟਿਵ ਉਹਨਾਂ ਵੱਲੋਂ ਸੁਨੇਹਾ ਵੀ ਮਿਲਣਾ ਸੀਗਾ ਸਾਰਿਆਂ ਨੂੰ। ਤੇ ਜੋ ਵੀ ਕੱਲ ਉਹਨਾਂ ਦੀ ਜਿਹੜੀ ਤੇ ਜਿੰਨਾ ਟਾਈਮ ਉਹ ਲੋਕ ਸਭਾ ਮੈਂਬਰ ਰਹੇ ਨੇ, ਕਦੇ ਉਹਨਾਂ ਦਾ ਕੋਈ ਵਰਕਰ ਜਾਂ ਉਹ ਖੁਦ ਕਦੇ ਕਿਸੇ ਐਜੀਟੇਸ਼ਨ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕਰਿਆ ਹੋਵੇ ਜਾਂ ਧੂਰੀ ਦੇ ਟੋਲ ਦੇ ਖਿਲਾਫ ਉਹਨਾਂ ਨੇ ਕੋਈ ਗੱਲ ਕਰੀ ਹੋਵੇ। ਇੱਕ ਵਾਰ ਉਹਨਾਂ ਨੇ ਗੱਲ ਕਰੀ ਸੀ, ਉਹ ਵੀ ਸਾਡੇ ਮਿਊਨਿਸਪਲ ਕਾਉਂਸਲ ਦੇ ਇਲੈਕਸ਼ਨ ਸੀਗੇ ਧੂਰੀ ਦੇ ਵਿੱਚ, ਜਨਤਾ ਨਗਰ ਦੇ ਵਿੱਚੋਂ ਆਏ ਸੀਗੇ। ਉੱਥੇ ਆ ਕੇ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਜਿਹੜਾ ਮੁੰਡਾ ਟੋਲ ਪਲਾਜ਼ੇ ਲਈ ਲੜ ਰਿਹਾ, ਟੋਲ ਪਲਾਜ਼ਾ ਕਿੱਡੀ ਕੁ ਵੱਡੀ ਗੱਲ ਆ, ਇਹ ਤਾਂ ਪਾਸ ਬਣ ਜਾਂਦਾ ਲੋਕਾਂ ਦਾ, ਇੱਥੋਂ ਤਾਂ ਪਾਸ ਰਾਹੀਂ ਆਪਾਂ ਨਿਕਲ ਸਕਦੇ ਹਾਂ ਪਾਸ ਲੈ ਕੇ, ਤੇ ਮੈਂ ਬਣਾਉਂਗਾ ਸਾਰਿਆਂ ਦੇ ਪਾਸ। ਔਨ ਰਿਕਾਰਡ ਗੱਲ ਕਰ ਰਿਹਾ, ਇਹ ਵੀਡੀਓ ਸਾਰਿਆਂ ਨੇ ਦੇਖੀ ਵੀ ਹੋਣੀ ਆ ਤੇ ਪਈ ਵੀ ਹੋਣੀ ਆ। ਤੇ ਕੱਲ ਜਦੋਂ ਉਹਦਾ ਕੰਟਰੈਕਟ ਖਤਮ ਹੋ ਰਿਹਾ ਸੀਗਾ, ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਪੁੱਛਣਾ ਚਾਹਣਾ ਕਿ ਮੈਂ ਇਸ ਚੀਜ਼ ਦੇ ਬਿਲਕੁਲ ਤੁਹਾਡੇ ਪੱਖ 'ਚ ਹਾਂ, ਹਰ ਇੱਕ ਉਸ ਬੰਦੇ ਦੇ ਪੱਖ 'ਚ ਹਾਂ ਜਿਹੜਾ ਟੋਲ ਪਲਾਜ਼ਿਆਂ ਨੂੰ ਖਤਮ ਕਰੂਗਾ। ਕਿਉਂਕਿ ਜਦੋਂ ਕੱਲ ਉਹ ਆਪਦੀ ਸਪੀਚ ਖੁਦ ਕਹਿ ਰਹੇ ਸੀ ਵੀ 8% ਜਿਹੜਾ ਸਾਨੂੰ ਟੈਕਸ ਦੇਣਾ ਪੈਂਦਾ ਜਦੋਂ ਅਸੀਂ ਸੜਕਾਂ ਤੋਂ ਗੁਜ਼ਰਦੇ ਹਾਂ ਜਾਂ ਸੜਕਾਂ ਤੋਂ ਨਿਕਲਦੇ ਹਾਂ, ਤਾਂ ਫਿਰ ਇਹ ਟੋਲ ਕਿਉਂ ਲੱਗਣੇ ਚਾਹੀਦੇ ਨੇ। ਇਹੀ ਲੜਾਈ ਤਾਂ ਮੈਂ ਲੜ ਰਿਹਾ 2014 ਤੋਂ ਲੈ ਕੇ ਅੱਜ ਤੱਕ। ਤੇ ਇੱਕ ਸਾਡੀ ਕਮੇਟੀ ਵੀ ਬਣੀ, ਲਾਡੋ ਵਾਲੇ ਟੋਲ ਪਲਾਜ਼ੇ ਨੂੰ, ਉਹਦੇ ਕੰਟਰੈਕਟ ਲੰਘੇ ਨੂੰ ਪਤਾ ਨਹੀਂ ਕਿੰਨਾ ਕੁ ਟਾਈਮ ਹੋ ਗਿਆ। ਮੈਂ ਉਹਨਾਂ ਦਾ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ, ਜੋ ਕੱਲ ਆਪਣੀ ਗੱਲ ਦੇ ਵਿੱਚ ਇਹ ਗੱਲ ਕਹਿੰਦੇ ਵੀ ਲਓ ਜੀ ਅੱਜ ਰਾਤ ਨੂੰ 12 ਵਜੇ ਤੋਂ ਬਾਅਦ। ਉਹਨਾਂ ਨੇ ਇਹ ਗੱਲ ਕਿਉਂ ਨਹੀਂ ਕਹੀ? ਉਹਨਾਂ ਨੇ ਉਹੀ ਟੋਲ ਪਲਾਜ਼ਾ ਕਿਉਂ ਬੰਦ ਕਰਿਆ ਜਿਹੜਾ ਜਿਹਦੀ ਗੱਲ ਮਿਆਦ ਹੀ ਖਤਮ ਹੋ ਜਾਣੀ ਸੀ? ਜੇ ਕੱਲ ਮੁੱਖ ਮੰਤਰੀ ਸਾਹਿਬ ਨੇ ਤਕਰੀਬਨ 11-12 ਵਜੇ ਪ੍ਰੋਗਰਾਮ ਕਰਿਆ, ਤੇ ਸਵਾਦ ਵਾਲੀ ਗੱਲ ਤਾਂ ਹੁੰਦੀ ਜੇ ਉੱਥੇ ਹੀ ਖੜ ਕੇ ਉਹ ਕਹਿੰਦੇ ਵੀ ਲੈ ਜੀ ਹੁਣ ਤੋਂ ਬਾਅਦ ਤੁਹਾਡਾ ਟੋਲ ਟੈਕਸ। ਉਹ ਤਾਂ 1 ਘੰਟਾ ਪਹਿਲਾਂ ਵੀ ਟੋਲ ਪਲਾਜ਼ਾ ਨਹੀਂ ਬੰਦ ਕਰਾ ਸਕੇ। ਟੋਲ ਪਲਾਜ਼ੇ ਵਾਲੇ ਦਾ ਜਿੰਨਾ ਕੰਟਰੈਕਟ ਸੀਗਾ ਉਹਨਾਂ ਨੇ ਰਾਤ ਨੂੰ 12 ਵਜੇ ਬੰਦ ਕਰਿਆ ਟੋਲ ਪਲਾਜ਼ਾ। ਤਾਂ ਫਿਰ ਅਚੀਵਮੈਂਟ ਕਿਉਂ ਗਿਣਾਉਂਦੇ ਨੇ ਉਹ ਆਪਦੀ ਇਸ ਚੀਜ਼ ਦੇ ਉੱਤੇ? ਅਸੀਂ ਸਾਰੇ ਨੌਜਵਾਨਾਂ ਨੇ, ਆਲੇ ਦੁਆਲੇ ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਉਹ ਟੋਲ ਪਲਾਜ਼ੇ ਤੋਂ ਬਦਲਵਾਂ ਰਸਤਾ ਦਿੱਤਾ। ਹਰ ਰੋਜ਼ ਮੈਂ ਇੱਕ ਬੰਦੇ ਦੀ ਜੇਬ 'ਚੋਂ 100 ਰੁਪਏ ਦਾ ਨੋਟ ਬਚਾਉਂਦਾ ਸੀਗਾ ਤਾਂ ਕਿ ਉਹ ਆਪਦੇ ਪਰਿਵਾਰ ਲਈ ਕੁਝ ਸਮਾਨ ਲੈ ਕੇ ਜਾ ਸਕੇ। ਗੱਡੀਆਂ ਤੋਂ ਬਿਨਾਂ ਜਿਹੜੇ 3 ਵੀਲਰਸ ਨੇ, ਸਾਡੇ ਟੈਕਸੀ ਚਲਾਉਣ ਵਾਲੇ ਭਰਾ ਨੇ, ਸਾਡੇ ਹੋਰ ਟਰਾਂਸਪੋਰਟਰਸ ਨੇ, ਉਹਨਾਂ ਨੂੰ ਕਿੰਨੀ, ਕਿਉਂਕਿ ਸਾਡੇ ਧੂਰੀ ਤੋਂ ਸੰਗਰੂਰ ਦੀ ਜਿਹੜੀ ਵਾਟ ਆ ਉਹ 13 ਕਿਲੋਮੀਟਰ ਆ, ਡਿਸਟ੍ਰਿਕਟ ਹੈੱਡਕੁਆਟਰ ਉੱਥੇ ਆ। ਸੋ ਮੈਂ ਤਾਂ ਅੱਜ ਤੱਕ ਤਿੰਨੇ ਸਰਕਾਰਾਂ ਨਾਲ ਲੜਿਆ। ਮੈਂ ਪਹਿਲਾਂ ਅਕਾਲੀ ਦਲ ਨਾਲ ਲੜਿਆ, ਫਿਰ ਆਪਦੀ ਸਰਕਾਰ ਦੇ ਵਿੱਚ ਵੀ ਇਹ ਆਵਾਜ਼ ਬੁਲੰਦ ਰੱਖੀ ਆ, ਵਿਧਾਨ ਸਭਾ ਦੇ ਵਿੱਚ ਵੀ ਤੁਸੀਂ ਬਹੁਤ ਸਾਰੇ ਸਾਥੀ ਇੱਥੇ ਗਵਾਹ ਬੈਠੇ ਨੇ ਜਦੋਂ ਮੈਂ ਉੱਥੇ ਇਹ ਪ੍ਰਸ਼ਨ ਬਾਰ-ਬਾਰ ਚੱਕਦਾ ਸੀਗਾ। ਤੇ ਇਸ ਵਾਰ ਵੀ, ਕਿਉਂਕਿ ਜਿਹੜੀ ਹੁਣ ਵੀ ਇਹ ਸਰਕਾਰ ਆ, ਕੇਸ ਆ ਜਿਹੜਾ ਮੇਰੇ ਤੇ, ਇਹ ਸਰਕਾਰ ਵੱਲੋਂ ਹੀ ਪੇਸ਼ ਹੁੰਦੇ ਨੇ ਨਾ ਸਾਡੇ ਅਗੇਂਸਟ ਜਿਹੜੇ ਐਡਵੋਕੇਟ ਸਾਹਿਬ ਹੁੰਦੇ ਨੇ। ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਕੱਲ ਵਾਲੀ
ਸੈਸ਼ਨ ਕੋਰਟ ਸੰਗਰੂਰ ਪੈਂਡਿੰਗ ਆ ਜੀ। ਤੇ ਮੈਂ ਇਹਦੀ ਕਾਪੀ ਵੀ ਦਊਂਗਾ ਤੁਹਾਨੂੰ ਸਾਰਿਆਂ ਨੂੰ। ਇਹੀ ਕੇਸ ਦੇ ਨਾਲ ਮੈਂ ਸਾਰੇ ਪੁਆਇੰਟਸ ਬਾਏ ਪੁਆਇੰਟਸ ਉਹਨਾਂ ਨੇ ਸਾਡੇ ਤੇ ਕੇਸ ਕਿਉਂ ਕਰੇ। ਕੱਲ ਉਹਨਾਂ ਨੇ ਕਿਹਾ ਕਿ ਇੱਥੇ ਟੋਲ ਵਾਲੇ ਸਾਡੇ ਤੋਂ ਐਗਜ਼ੈਂਪਸ਼ਨ ਮੰਗ ਰਹੇ ਸੀਗੇ ਵੀ ਇਹ ਕਿਸਾਨ ਜਥੇਬੰਦੀਆਂ ਵੱਲੋਂ ਜਦੋਂ ਐਜੀਟੇਸ਼ਨ ਕਰੇਗੇ ਉਦੋਂ ਟੋਲ ਪਲਾਜ਼ੇ ਬੰਦ ਰਹੇ। ਤੇ ਉਦੋਂ ਕੱਲਾ ਇਹ ਟੋਲ ਪਲਾਜ਼ਾ ਨਹੀਂ, ਉਦੋਂ ਸਾਰੇ ਹੀ ਬੰਦ ਰਹੇ। ਸਾਡੀ ਸਰਕਾਰ ਨੇ ਸਾਰੇ ਟੋਲ ਪਲਾਜ਼ੇ ਬੰਦ ਕਰਕੇ ਰੱਖੇ ਵੀ ਨਹੀਂ, ਇਹ ਸਾਡਾ ਸਾਰਿਆਂ ਦਾ ਇਕੱਠਾ ਜਿਹੜਾ ਇੱਕ ਸਾਡਾ ਫਰਜ਼ ਬਣਦਾ। ਤੇ ਉਸ ਧਰਨੇ ਦੇ ਵਿੱਚ ਵੀ ਮੈਂ ਬੜੀ ਖੁਸ਼ੀ ਨਾਲ ਤੇ ਫਖਰ ਨਾਲ ਕਹਿਣਾ ਕਿ ਧੂਰੀ ਤੋਂ ਆਪਦੇ ਪਰਿਵਾਰ ਨਾਲ 2 ਵਾਰ ਪੈਦਲ ਜਾ ਕੇ ਆਏ ਆ, ਟਿੱਕਰੀ ਤੇ ਸਿੰਘੂ। ਤੇ ਉਸ ਤੋਂ ਬਾਅਦ ਤੀਸਰਾ ਪੁਆਇੰਟ ਉਹਨਾਂ ਨੇ ਇਹ ਵੀ ਲਿਖਿਆ ਹੋਇਆ ਵੀ ਸਾਨੂੰ ਗੋਲਡੀ ਕਰਕੇ ਇਹ ਸੜਕ ਦਾ ਨੁਕਸਾਨ ਹੋਇਆ, ਸਾਨੂੰ ਜਿਹੜੇ ਪੈਸੇ ਸੀਗੇ ਉਹ ਨਹੀਂ ਮਿਲ ਸਕੇ। 35 ਲੱਖ ਰੁਪਇਆ ਪਰ ਮੰਥ ਉਹਨਾਂ ਨੇ ਮੇਰੇ ਤੇ ਐਜ਼ ਆ ਹਰਜਾਨਾ ਤੌਰ ਤੇ ਕੇਸ ਕਰਿਆ ਹੋਇਆ ਸੀਗਾ ਟੋਲ ਪਲਾਜ਼ੇ ਵਾਲਿਆਂ ਨੇ ਵੀ ਗੋਲਡੀ ਆਪਦੀ ਜੇਬ ਚੋਂ ਦਵੇ, ਦਲਵੀਰ ਸਿੰਘ ਗੋਲਡੀ ਆਪਦੀ ਪਾਕਟ ਚੋਂ ਦਵੇ ਕਿ ਜਿਹੜਾ ਉਹ ਸਾਨੂੰ ਨੁਕਸਾਨ ਕਰਾਉਂਦਾ। ਸੋ ਮੈਂ ਚਾਹਣਾ, ਮੈਂ ਮਾਨ ਸਾਹਿਬ ਦੀ ਨੂੰ ਬੇਨਤੀ ਕਰਨੀ ਚਾਹਣਾ ਕਿ ਉਹ ਸਾਰੇ ਦੇ ਸਾਰੇ ਟੋਲ ਪਲਾਜ਼ੇ ਬੰਦ ਕਰਨ। ਆਉਣ ਵਾਲੇ ਟੋਲ ਪਲਾਜ਼ੇ ਬੰਦ ਹੋਣ ਵਾਲੀ ਲਿਸਟ ਤੁਹਾਡੇ ਕੋਲੇ ਹੋਣੀ ਆ। ਤੇ ਮੈਨੂੰ ਲੱਗਦਾ ਕਿ ਆਪਾਂ ਫਿਰ ਉਹੀ 2 ਕਿਉਂ ਬੰਦ ਕਰੇ। ਤੇ ਆਪਾਂ ਤਾਂ ਫਿਰ ਕੱਲ ਜਦੋਂ ਉਹ ਟੋਲ ਪਲਾਜ਼ਾ ਬੰਦ ਕਰਨ ਜਾ ਰਹੇ ਸੀ ਤਾਂ ਚੰਡੀਗੜ੍ਹ ਤੋਂ ਮੈਨੂੰ ਲੱਗਦਾ ਉਹ ਸਿੱਧੀ ਇਹ ਸੜਕ ਬਨੂੜ ਵਾਲੀ ਗਏ ਹੋਣਗੇ, ਬਨੂੜ, ਰਾਜਪੁਰਾ, ਭਵਾਨੀਗੜ੍ਹ, ਸੰਗਰੂਰ, ਫਿਰ ਧੂਰੀ ਪਹੁੰਚੇ ਹੋਣਗੇ ਤੇ ਰਸਤੇ 'ਚ ਵੀ ਉਹਨਾਂ ਨੂੰ ਟੋਲ ਪਲਾਜ਼ੇ ਦਿਖੇ ਹੋਣਗੇ। ਮੈਂ ਤਾਂ ਚਾਹੁੰਦਾ ਸੀ ਵੀ ਤੁਰੇ ਜਾਂਦੇ ਜਾਂਦੇ ਸਾਰੀ ਬੰਦ ਕਰਾਉਂਦੇ ਉਹ ਵੀ ਭਰਾਵੋ ਇਹ ਜਿਹੜੀ ਗਲਤ ਆ, ਇਹ ਲੋਕਾਂ ਦੀ ਜੇਬ ਤੇ, ਇੱਕ ਆਮ ਇਨਸਾਨ ਦੀ ਜੇਬ ਤੇ ਲੁੱਟ ਆ। ਇਹ ਚੀਜ਼ਾਂ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪੋਜ਼ਿਟਿਵ ਸਿਰ ਨਾਲ ਸਿਰ ਜੋੜ ਕੇ ਰਾਜਨੀਤੀ ਕਰਨੀ ਪਊਗੀ। ਇਹ ਨਹੀਂ ਵੀ ਅੱਜ ਤੁਸੀਂ ਸੱਤਾ ਦੇ ਵਿੱਚੋਂ ਤਾਂ ਤੁਸੀਂ ਦੂਸਰੇ ਤੇ ਉਂਗਲੀ ਚੱਕੀ ਚੱਲੋ ਤੇ ਕੱਲ ਨੂੰ ਅਸੀਂ ਸੱਤਾ 'ਚ ਹੋਵਾਂਗੇ ਅਸੀਂ ਤੁਹਾਡੇ ਤੇ ਉਂਗਲੀ ਚੱਕੀ ਚੱਲੀਏ। ਜੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਤਾਂ ਆਪਾਂ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਇੱਕ ਵਾਰ ਪਰਾਂ ਹੋ ਕੇ, ਹੁਣ ਤੁਸੀਂ ਜਿੱਤ ਚੁੱਕੇ ਹੋ, ਹੁਣ ਤੁਹਾਨੂੰ ਵੋਟਾਂ ਪੈ ਗਈਆਂ। ਜਿਵੇਂ ਤੁਸੀਂ ਕੱਲ ਕਹਿ ਰਹੇ ਸੀ ਆਪਣੀ ਸਪੀਚ ਦੇ ਵਿੱਚ ਵੀ ਹੁਣ ਵੋਟਾਂ ਵਾਪਸ ਤਾਂ ਹੋ ਨਹੀਂ ਸਕਦੀਆਂ, ਉਹ ਗੱਲ ਕਹਿ ਰਹੇ ਸੀ, ਜ਼ਿਕਰ ਕਰ ਰਹੇ ਸੀ ਵੀ ਲੌਂਗੋਵਾਲ ਸਾਹਿਬ ਨੇ ਉਦੋਂ ਵੋਟਾਂ ਇਸ ਪੱਧਰ ਤੇ ਮੰਗੀਆਂ ਸੀ ਵੀ ਅਸੀਂ ਇਹ ਟੋਲ ਪਲਾਜ਼ਾ ਨਹੀਂ ਲੱਗਣ ਦਿੰਦੇ, ਤੁਸੀਂ ਸਾਨੂੰ ਬਾਈ ਇਲੈਕਸ਼ਨ ਜਿਤਾ ਦਿਓ। ਪਰ ਜਦੋਂ ਜਿੱਤ ਗਏ ਤਾਂ ਉਹ ਵੋਟਾਂ ਵਾਪਸ ਨਹੀਂ ਹੋ ਸਕਦੀਆਂ ਸੀ ਕਿਉਂਕਿ ਉਹਨਾਂ ਨੇ ਟੋਲ ਪਲਾਜ਼ਾ ਇੰਸਟਾਲ ਕਰਾਤਾ। ਤੇ ਵੋਟਾਂ ਤਾਂ ਮਾਨ ਸਾਹਿਬ ਅੱਜ ਵੀ ਵਾਪਸ ਨਹੀਂ ਹੋ ਸਕਦੀਆਂ ਜਿਹੜੀਆਂ ਲੋਕਾਂ ਨੇ ਤੁਹਾਨੂੰ ਪਾਈਆਂ ਨੇ, ਵੋਟਾਂ ਨਹੀਂ ਵਾਪਸ ਹੁੰਦੀਆਂ। ਪਰ ਮੈਨੂੰ ਲੱਗਦਾ ਕਿ ਤੁਸੀਂ ਇੱਕ ਗਰਾਊਂਡ ਤੋਂ ਉੱਠੇ ਹੋਏ ਹੋ, ਮੈਂ ਇਸ ਚੀਜ਼ ਦੀ ਸ਼ਲਾਘਾ ਕਰਦਾ। ਤੇ ਪਰ ਮੈਂ ਇੱਕ ਚੀਜ਼ ਨਾਲ ਹੋਰ ਵੀ ਕਹਿਣੀ ਚਾਹਣਾ, ਜਦੋਂ ਉਹ ਬੰਦ ਹੀ ਹੋ ਰਿਹਾ ਸੀ ਤਾਂ ਆਪਾਂ ਨੂੰ ਸਰਕਾਰੀ ਇੰਨਾ ਪੈਸਾ ਤਾਮ-ਝਾਮ ਖਰਚਣ ਦੀ ਕੀ ਜ਼ਰੂਰਤ ਸੀ। ਆਪਾਂ ਇੱਥੋਂ ਵੀ ਇੱਕ ਬਾਈਟ ਦੇ ਕੇ ਜਾਂ ਜਿਵੇਂ ਉਹ ਆਪਣੇ ਮੁੱਖ ਮੰਤਰੀ ਆਫਿਸ ਤੋਂ ਜਿਹੜਾ ਇੱਕ ਪ੍ਰੈਸ ਕਾਨਫਰੰਸ ਵਗੈਰਾ ਕਰਦੇ ਨੇ ਉੱਥੋਂ ਵੀ ਕਰ ਸਕਦੇ ਸੀ। ਤਾਂ ਇੰਨਾ ਬੋਝ ਉਹਨਾਂ ਨੇ ਸਿਰਫ ਹਿਮਾਚਲ ਦੀ ਇਲੈਕਸ਼ਨ ਵਾਸਤੇ, ਸਿਰਫ ਗੁਜਰਾਤ ਦੀ ਇਲੈਕਸ਼ਨ ਵਾਸਤੇ ਕਿ ਬਾਹਰ ਲੋਕਾਂ ਨੂੰ ਦਿਖਾਉਣਾ ਜੀ ਦੇਖੋ ਅਸੀਂ ਨੇ ਟੋਲ ਪਲਾਜ਼ਾ ਬੰਦ ਕਰਤਾ, ਸਾਰਿਆਂ ਨੇ ਰੀਟਵੀਟ ਕਰੇ ਨੇ ਉਹਨਾਂ ਦੇ ਟੋਲ ਪਲਾਜ਼ੇ ਦੇ। ਤਾਂ ਮੈਂ ਤਾਂ ਇਹੀ ਇੱਕੋ ਹੀ ਚੀਜ਼ ਕਹਿਣਾ, ਇਸ ਤੋਂ ਬਾਅਦ ਤੁਸੀਂ ਮੇਰੇ ਤੋਂ ਕੁਐਸਚਨ ਕਰ ਸਕਦੇ ਹੋ ਵੀ ਮੈਂ ਤਾਂ ਉਹਨਾਂ ਦੀ ਅਚੀਵਮੈਂਟ ਇਹ ਤਾਂ ਮੰਨਦਾ ਜੇ ਉਹਨਾਂ ਨੇ 2014 ਤੋਂ ਲੈ ਕੇ 2022 ਤੱਕ ਕਦੇ ਇੱਕ ਦਿਨ ਵੀ ਮੇਰੇ ਵਾਂਗੂ ਦਰੀ ਵਿਛਾ ਕੇ ਧਰਨਾ ਲਾਇਆ ਹੁੰਦਾ, ਮੇਰੇ ਵਾਂਗੂ ਥਾਣਿਆਂ 'ਚ ਰਾਤਾਂ ਕੱਟੀਆਂ ਹੁੰਦੀਆਂ, ਜਾਂ ਮੇਰੇ ਵਾਂਗੂ ਸਾਰੇ ਕੋਰਟਾਂ ਦੇ ਵਿੱਚ ਮਾਨਯੋਗ ਕੋਰਟ ਦੇ ਵਿੱਚ ਜਿਹੜੇ ਵੀ ਸਾਡੇ ਤੇ ਕੇਸ ਹੋਏ ਉਹ ਲੜੇ। ਆ ਮੇਰੇ ਦੋਸਤ ਬੈਠੇ ਨੇ ਜੋ ਲਗਾਤਾਰ ਮੇਰਾ ਸਾਥ ਦੇ ਰਹੇ ਨੇ, ਐਡਵੋਕੇਟ ਨੇ ਜਿਨ੍ਹਾਂ ਨੇ ਇਹ ਵੀ ਤੁਹਾਨੂੰ ਜੇ ਕੋਈ ਵੀ ਕਿਸੇ ਵੀ ਚੀਜ਼ ਦੀ ਇਨਫੋਰਮੇਸ਼ਨ ਤੁਸੀਂ ਨੇ ਲੈਣੀ ਆ, ਜਿੰਨੇ ਵੀ ਕੇਸ ਹੋਏ ਨੇ ਆਨਲਾਈਨ ਸਾਰਿਆਂ ਦਾ ਰਿਕਾਰਡ ਆ, ਤੁਸੀਂ ਚੈੱਕ ਕਰ ਸਕਦੇ ਹੋ। ਉਹਦੀ ਕਾਪੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਉਹਦੀ ਕਾਪੀ ਵੀ ਆ, ਪੁਆਇੰਟ ਵਾਈਜ਼ ਪੁਆਇੰਟ ਇਹਦੇ ਤੇ ਜਿਹੜੇ ਟੋਲ ਵਾਲੇ ਨੇ ਉਹਨਾਂ ਨੂੰ ਸਾਡੇ ਤੋਂ ਕੀ ਪ੍ਰੋਬਲਮ ਸੀਗੀ ਇਹਦੇ 'ਚ ਉਹਨਾਂ ਨੇ ਬਕਾਇਦਾ ਲਿਖਿਆ ਹੋਇਆ। ਸੋ ਮੈਂ ਇਹ ਬੇਨਤੀ ਕਰਨੀ ਚਾਹਣਾ ਕਿ ਆਪਾਂ ਸਾਰੇ ਜਾਣੇ ਇੱਕ ਪੋਜ਼ਿਟਿਵ ਦਿਸ਼ਾ ਨੂੰ ਚੱਲੀਏ, ਇੱਕ ਪੋਜ਼ਿਟਿਵ ਰਾਜਨੀਤੀ ਨੂੰ ਅਡਾਪਟ ਕਰੀਏ। ਤੇ ਇਸ ਚੀਜ਼ ਦੇ ਉੱਤੇ ਮਾਨਯੋਗ ਮੁੱਖ ਮੰਤਰੀ ਤੋਂ ਮੈਂ ਮੰਗ ਕਰਨੀ ਚਾਹਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪੰਜਾਬ ਦੇ ਸਾਰੇ ਟੋਲ ਮਾਫ ਕਰਨਗੇ। ਕਿਉਂਕਿ ਮੈਨੂੰ ਯਾਦ ਆ ਮੈਂ ਤੇ ਬੈਂਸ ਸਾਹਿਬ ਅਸੀਂ ਇੱਕ ਕਮੇਟੀ 'ਚ ਇਕੱਠੇ ਸੀਗੇ ਜਿਹਦੇ 'ਚ ਅਸੀਂ ਨੇ ਸਾਰੀ RTIs ਕਢਾਈਆਂ ਨੇ। ਤੇ ਉਹ ਜਿਹੜੀ ਉਹ ਲਾਡੋਵਾਲ ਵਾਲੀ ਕੱਢਿਓ ਇੱਕ ਮਿੰਟ, ਉਹਨੂੰ ਬੰਦ ਹੋਏ ਨੂੰ ਪਤਾ ਨਹੀਂ, ਉਹ ਇੱਕ ਕੰਪਨੀ ਨੇ ਛੋਟਾ ਜਿਹਾ ਕੇਸ ਕਰਿਆ ਹੋਇਆ, ਛੋਟਾ ਜਿਹਾ ਇੱਕ ਕੇਸ ਵੀ ਸਾਡਾ ਖਰਚਾ ਵੱਧ ਗਿਆ ਜੀ ਸੜਕ ਤੇ, ਤਾਂ ਉਹ ਕੇਸ ਦੇ ਬਿਹਾਫ ਤੇ ਤਕਰੀਬਨ ਮੈਨੂੰ ਲੱਗਦਾ 10 ਤੋਂ 15 ਸਾਲ ਹੋ ਗਏ ਉਹ ਲੋਕਾਂ ਤੋਂ ਟੋਲ ਵਸੂਲੀ ਜਾ ਰਹੇ ਨੇ। ਤੇ ਆਪਣੇ ਲੋਕ ਵਿਚਾਰੇ ਕਿਉਂਕਿ ਉਹਨਾਂ ਨੇ ਜਾਣਾ ਹੁੰਦਾ ਕਿਸੇ ਨਾ ਕਿਸੇ ਕੰਮ ਤੇ, ਉਹ ਆਪਦੀ ਜੇਬ ਚੋਂ ਜਿਹੜੇ ਪੈਸੇ ਲੋਕਾਂ ਨੂੰ ਦੇਈ ਜਾ ਰਹੇ ਨੇ। ਸੋ ਇਹ ਚੀਜ਼ਾਂ ਦੇ ਉੱਤੇ ਵੀ ਜ਼ਰੂਰ ਉਹ ਧਿਆਨ ਦੇਣਗੇ। ਤੇ ਮੈਨੂੰ ਲੱਗਦਾ ਕਿ ਜਦੋਂ ਕਿਸੇ ਬੰਦੇ ਨੇ ਕਿਸੇ ਕੰਮ ਲਈ ਪਹਿਲਾਂ ਮਿਹਨਤ ਕਰੀ ਹੋਵੇ ਤੇ ਮੈਨੂੰ ਲੱਗਦਾ ਕਿ ਉਹਨੂੰ ਐਪਰੀਸ਼ੀਏਸ਼ਨ ਮਿਲਣੀ ਜ਼ਰੂਰੀ ਸੀ। ਤੇ ਉੱਥੇ ਉਹ ਜ਼ਰੂਰ ਕਹਿੰਦੇ ਪਾਰਟੀਬਾਜ਼ੀ ਤੋਂ ਪਰਾਂ ਹੋ ਕੇ ਕਿ ਭਾਈ ਇਹ ਚੀਜ਼
ਤੁਸੀਂ ਕਿਉਂਕਿ ਉਹ ਦੋਵੇਂ ਵਾਰ ਲੋਕ ਸਭਾ ਮੈਂਬਰ ਰਹੇ ਨੇ ਉੱਥੋਂ, ਜਿੰਨਾ ਟਾਈਮ ਮੈਂ ਲੜਿਆ। ਅੱਜ ਜਦੋਂ ਕੰਟਰੈਕਟ ਬੰਦ ਹੋ ਗਿਆ ਤਾਂ ਉਹਨਾਂ ਨੇ ਕੱਲ ਉੱਥੇ ਇਹ ਪ੍ਰੋਗਰਾਮ ਰੱਖਿਆ। ਤੇ ਹੁਣ ਮੈਂ ਚਾਹਾਂਗਾ ਕਿ ਜੀ 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 ਤੁਹਾਡੀ ਬਿਲਕੁਲ ਇਹ ਵਾਜਬ ਗੱਲ ਆ। ਤੁਸੀਂ ਜਿਹੜੀ ਇਹ ਗੱਲ ਪੁੱਛ ਰਹੇ ਹੋ, ਉਦੋਂ ਮੈਂ ਇਸ ਕਰਕੇ ਨਹੀਂ ਬੰਦ ਕਰਵਾ ਸਕਦਾ ਸੀ ਕਿਉਂਕਿ ਕੱਲ ਵੀ ਜਦੋਂ ਮੁੱਖ ਮੰਤਰੀ ਸਾਹਿਬ 11-12 ਵਜੇ ਪ੍ਰੋਗਰਾਮ ਕਰਿਆ ਉਹਨਾਂ ਨੇ ਨਾ, ਤਾਂ ਉਦੋਂ ਵੀ ਉਹ ਬੰਦ ਨਹੀਂ ਕਰਵਾ ਸਕੇ। ਬੰਦ ਤਾਂ ਉਹ ਉਦੋਂ ਹੋਇਆ ਜਦੋਂ ਉਹਦਾ ਕੰਟਰੈਕਟ ਦਾ ਟਾਈਮ ਪੀਰੀਅਡ ਖਤਮ ਹੋ ਗਿਆ, ਰਾਤ ਨੂੰ 12 ਵਜੇ ਬੰਦ ਹੋਇਆ। ਸੋ ਉਹ ਕੰਟਰੈਕਟੀ ਲੂਪ ਹੋਲਸ ਹੀ ਇੰਨੇ ਹੁੰਦੇ ਨੇ। ਮੇਰਾ ਫਰਜ਼ ਸੀਗਾ ਲੋਕਾਂ ਦੀ ਆਵਾਜ਼, ਲੋਕਾਂ ਦੀ ਬੁਲੰਦ ਕਰਨੀ, ਲੋਕਾਂ ਦੀ ਦਿੱਕਤਾਂ ਨੂੰ ਸਾਹਮਣੇ ਲੈ ਕੇ ਆਉਣਾ। ਤਾਂ ਮੈਂ ਉਹਦੇ ਲਈ ਸੜਕ ਬਣਾ ਕੇ ਜਿਹੜਾ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰੀ। ਐਕਸਟੈਂਡ ਉਹਨਾਂ ਨੂੰ ਪਤਾ ਸੀ ਗੋਲਡੀ ਲੜ ਰਿਹਾ ਹੈ ਕੇਸ ਦੇ ਵਿੱਚ। ਤੁਹਾਨੂੰ ਐਂ ਲੱਗਦਾ ਕਿਤੇ ਕੱਲ ਉਹਨਾਂ ਨੂੰ ਟੋਲ ਪਲਾਜ਼ਾ ਤੇ ਫੇਰ ਹੀ ਚੱਲੀ ਜਾਣਾ ਸੀ? ਸਾਡੀ ਹਾਈ ਕੋਰਟ ਦੀ ਤਿਆਰੀ ਸੀ ਇਸ ਚੀਜ਼ ਦੇ ਉੱਤੇ। ਉਹਨਾਂ ਨੂੰ ਪਤਾ ਸੀ ਕਿ ਨਹੀਂ ਉਹਨੇ ਇਸ ਚੀਜ਼ ਦੇ ਉੱਤੇ ਮੁੱਦਾ ਚੱਕਣਾ ਟੋਲ ਵਾਲਾ। ਉਹਨਾਂ ਨੂੰ ਪਤਾ ਸੀ ਵੀ ਇਹ ਬੰਦ ਤਾਂ ਹੋ ਹੀ ਰਿਹਾ, ਕਿਉਂ ਨਾ ਅੱਜ ਇਹਦਾ ਕ੍ਰੈਡਿਟ ਲੈਤਾ ਜਾਵੇ ਤੇ ਉਹਨੂੰ ਗਾਹਾਂ ਦੂਸਰੀਆਂ ਸਟੇਟਾਂ ਦੇ ਵਿੱਚ ਦਿਖਾਇਆ ਜਾਵੇ ਕਿ ਆਹ ਸਟੇਟ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ, ਦੇਖੋ ਜੀ ਅਸੀਂ ਹੁਣ ਉੱਥੇ ਆਹ ਚੀਜ਼ ਬੰਦ ਕਰੀ। ਹੁਣ ਉੱਥੇ ਹਿਮਾਚਲ 'ਚ ਇਹਨਾਂ ਨੇ 1000 ਰੁਪਏ ਦੀ ਗਰੰਟੀ ਦਿੱਤੀ ਕਿ ਅੱਜ ਤੱਕ ਪੰਜਾਬ 'ਚ ਕਿਸੇ ਲੇਡੀ ਨੂੰ 1000 ਰੁਪਇਆ ਮਿਲ ਗਿਆ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਸਿਰਫ ਲੋਕਾਂ ਨੂੰ ਲੁਭਾਉਣ ਵਾਸਤੇ ਤੇ ਦਿਖਾਉਣ ਵਾਸਤੇ ਜਿਹੜਾ ਇਹ ਚੀਜ਼ ਕਰੀ ਆ। ਨਹੀਂ, ਹਜੇ ਤੱਕ ਇਹਦੇ ਤੇ ਮੈਂ ਬਹੁਤੀ ਡਿਟੇਲ 'ਚ, ਕਿਉਂਕਿ ਕੱਲ ਮੈਂ ਦਿੱਲੀ ਸੀਗਾ ਭਾਜੀ, ਕੱਲ ਸਾਡਾ ਉੱਥੇ ਹੱਲਾ ਬੋਲ ਰੈਲੀ ਸੀਗੀ। ਮੈਂ ਸਵੇਰੀ ਅੱਜ ਇੱਥੇ ਪਹੁੰਚਿਆ ਤੇ 10 ਵਜੇ ਉਹ ਵੀ ਮੈਂ ਬਹੁਤ ਜਲਦੀ ਤੁਹਾਨੂੰ ਕਲੀਅਰ ਕਰਕੇ ਦੱਸੂੰਗਾ। ਵੈਸੇ ਉਹਨਾਂ ਨੇ ਕੋਈ ਐਕਸਟੈਂਸ਼ਨ ਮੰਗੀ ਨਹੀਂ ਹੋਣੀ ਕਿਉਂਕਿ ਮੈਕਸਿਮਮ ਲੋਕ ਨੇ ਜਿਹੜੇ ਉਹ ਮੇਰੇ ਵਾਲੀ ਬਣਾਈ ਹੋਈ ਸੜਕ ਤੋਂ ਦੀ ਨਿਕਲਦੇ ਸੀਗੇ। ਹਰ ਇੱਕ ਬੰਦਾ ਉੱਧਰ ਦੀ ਉਹਦੇ ਕੋਲੇ ਪਾਸ ਸੀਗਾ, ਜਾਣੀ ਕਿ ਉੱਧਰ ਦੀ ਨਿਕਲ ਜਾਂਦੇ ਸੀ, ਉਹਨਾਂ ਦੇ ਪੈਸੇ ਬਚ ਜਾਂਦੇ ਸੀ। ਉਹ ਬਿਲਕੁਲ ਹੀ, ਜੇ ਤੁਸੀਂ ਦੇਖੋਗੇ, ਤੁਸੀਂ ਤਾਂ ਖੈਰ ਹਾਂ, ਕੇਸ ਜਿਹੜਾ ਇਹ ਹੈਗਾ, ਇਹਨਾਂ ਨੇ ਕੰਟੈਂਪਟ ਪਟੀਸ਼ਨ ਪਾਈ ਹੋਈ ਹੈ ਜੀ ਸਾਡੇ ਦੇ ਉੱਪਰ, ਜਿਹੜੇ ਟੋਲ ਪਲਾਜ਼ੇ ਵਾਲੇ ਨੇ। ਇਹ MS ਲੁਧਿਆਣਾ ਇਨਫਰਾ ਜੀ ਇਹ, ਤੇ ਇਹਨਾਂ ਨੇ ਪਹਿਲਾਂ ਵੀ ਬਹੁਤ ਸਾਰੇ ਕੇਸ ਕਰੇ, ਬਟ ਅਸੀਂ ਉਹਨਾਂ ਦੇ ਵਿੱਚੋਂ ਮਾਣਯੋਗ ਕੋਰਟ ਨੂੰ ਇਹ ਚੀਜ਼ ਨਹੀਂ ਲੱਗੀ ਕਿ ਅਸੀਂ ਨੇ ਕੁਝ ਗਲਤ ਕਰਿਆ, ਤਾਂ ਉਹਨਾਂ ਨੇ ਸਾਨੂੰ ਇਹਦੇ ਤੇ ਐਗਜ਼ੈਂਪਟ ਕਰਦੇ ਰਹੇ। ਤੇ ਇਹ ਕੇਸ ਜਿਹੜਾ ਹਜੇ ਇਸ ਟਾਈਮ ਜਿਹੜਾ ਸੰਗਰੂਰ ਸੈਸ਼ਨ ਕੋਰਟ ਦੇ ਵਿੱਚ ਚੱਲ ਰਿਹਾ, ਕੰਟੈਂਪਟ ਪਟੀਸ਼ਨ ਆ ਜੀ। ਵੀ ਇਹਦੇ ਨਾਲ ਸਾਨੂੰ ਨੁਕਸਾਨ ਹੋ ਰਿਹਾ ਜੀ, ਇਹ ਸੜਕ ਬਣਾਉਣ ਨਾਲ ਜੀ, ਵੀ ਇਹਦੇ ਨਾਲ ਸਾਨੂੰ ਜਿਹੜਾ ਸਾਡੇ ਬਿਜ਼ਨਸ ਨੂੰ ਲਾਸ ਹੋ ਰਿਹਾ ਕਿ ਇਹ ਕਾਫੀ ਟਾਈਮ ਤੋਂ। ਇਹ ਮੈਂ ਤੁਹਾਨੂੰ ਫੋਟੋਆਂ ਦਿਖਾਉਣਾ ਜਿਹੜੀਆਂ ਮੇਰੀ ਟੀਮ ਦੀਆਂ ਮਿਹਨਤ ਕਰਦੇ ਦੀਆਂ ਫੋਟੋਆਂ ਨੇ। 2014 ਤੋਂ ਅਸੀਂ ਇੱਕ ਪਟੜੀ ਸੀਗੀ, ਸੂਏ ਦੀ ਪਟੜੀ, ਉਹਨੂੰ ਬਹੁਤ ਵਧੀਆ ਤਰੀਕੇ ਨਾਲ ਸਵਾਰਿਆ, ਪੂਰੀ ਮਿਹਨਤ ਖੁਦ। ਅਸੀਂ ਇੱਕ ਵੀ ਇਹਦੇ 'ਚ ਸਰਕਾਰੀ ਪੈਸਾ ਨਹੀਂ ਯੂਜ਼ ਹੋਣ ਦਿੱਤਾ। ਸਾਰਾ ਅਸੀਂ ਜਿੰਨੇ ਵੀ ਨੌਜਵਾਨ ਸੀਗੇ, ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਇਹਦੇ ਤੇ ਇਹ, ਯਾਨੀ ਕਿ ਮੇਰੀਆਂ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕਿ ਕਿਸ ਤਰੀਕੇ ਨਾਲ ਅਸੀਂ ਨੇ ਇਹ ਸੜਕ ਦੀ, ਇਹ ਸੜਕ ਕਹੀ ਜੀ ਸੀ ਤੇ ਅਸੀਂ ਕਿਸ ਤਰੀਕੇ ਨਾਲ ਇਹਦੇ ਤੇ ਮਿਹਨਤ ਕਰੀ ਤੇ ਕਿਸ ਤਰੀਕੇ ਨਾਲ ਫਿਰ ਇਹ ਜਿਹੜੀ ਸੜਕ ਆ ਉਹ ਬਣੀ। ਇਹ ਸਾਰੀ ਇਹ ਜਿਹੜਾ ਕੇਸ ਕਰਿਆ ਹੋਇਆ, ਇਹਦੇ 'ਚ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਬਿਲਕੁਲ ਹੀ ਭੱਠੇ ਦੀ ਕੇਰੀ ਕਹਿ ਦਿੰਦੇ ਨੇ ਜਿਹਨੂੰ, ਉੱਥੋਂ ਸ਼ੁਰੂਆਤ ਕਰੀ ਸੀ ਅਸੀਂ ਨੇ, ਉਹ ਸਿੱਟ ਕੇ। ਤੇ ਇੰਨੀ ਮਿਹਨਤ ਕਰਨ ਦੇ ਬਾਵਜੂਦ, ਯਾਨੀ ਕਿ ਜਿਹੜਾ ਮੈਨੂੰ ਲੱਗਦਾ ਕਿ ਇਹ ਸਿਰਫ ਆਪਦੀ ਅਚੀਵਮੈਂਟ ਗਣਾਉਣ ਦੇ ਚੱਕਰ 'ਚ ਉਹ ਸਾਨੂੰ ਅੱਖੋਂ ਪਰੋਖੇ ਕਰਕੇ ਅਗੇਂਸਟ ਰਿਹਾ ਜੀ। ਸਾਡੇ ਜਿਹੜੇ ਡਿਪਾਰਟਮੈਂਟ ਦੇ ਐਡਵੋਕੇਟ ਸਾਹਿਬ ਸੀ, ਉਹੀ ਸਾਡੇ ਐਡਵੋਕੇਟ ਸਾਹਿਬ ਦੇ ਅਗੇਂਸਟ ਕੇਸ ਲੜਦੇ ਸੀਗੇ ਜੀ। ਇਹ ਚਾਹੇ ਉਹ ਪੁਰਾਣੀ ਗੱਲ ਕਰ ਲਈਏ ਆਪਾਂ 2014, 15, 16 ਦੀ ਗੱਲ ਕਰ ਲਈਏ, ਚਾਹੇ ਉਹ ਪਿਛਲੀ ਸਰਕਾਰ ਦੀ ਗੱਲ ਕਰ ਲਈਏ, ਤੇ ਚਾਹੇ ਉਹ ਇਹ ਸਰਕਾਰ। ਮੈਂ ਤਾਂ ਤੁਹਾਡੇ ਨਾਲ ਹੀ ਮੇਰੀ ਇੰਟਰਵਿਊ ਹੋਈ ਸੀ ਜਿਸ ਦਿਨ ਆਪਾਂ ਸੈਸ਼ਨ ਤੋਂ ਬਾਹਰ ਨਿਕਲੇ। ਮੈਂ ਬੜੇ ਜ਼ੋਰ ਸ਼ੋਰ ਨਾਲ ਇਹ ਚੀਜ਼ ਚੱਕੀ ਸੀਗੀ ਵੀ ਇਹ ਟੋਲ ਪਲਾਜ਼ੇ ਨੇ ਜਿਹੜੇ ਇਹ ਲੋਕਾਂ ਤੇ ਬੋਝ ਨੇ, ਇਹ ਟੋਲ ਪਲਾਜ਼ੇ ਨਹੀਂ ਲੱਗਣੇ ਚਾਹੀਦੇ। ਜਾਂ ਸਾਨੂੰ ਜਦੋਂ ਬੰਦਾ ਗੱਡੀ ਲੈਂਦਾ ਤਾਂ ਉਹਦੇ ਤੋਂ ਪੈਸੇ ਛੁੱਟਣੇ ਚਾਹੀਦੇ ਨੇ, ਜਾਂ ਉੱਥੇ 8% ਸਾਡੇ ਤੋਂ ਨਹੀਂ ਕੱਟਿਆ ਜਾਣਾ ਚਾਹੀਦਾ। ਅੱਡ ਅੱਡ ਵੇਰੀਏਸ਼ਨਸ ਨੇ ਇਹਦੇ 'ਚ, ਰੇਟ ਦੇ ਵਿੱਚ। UT 'ਚ ਅਲੱਗ ਆ ਜੀ,
पंजाब दे विच अलग आ ये रेट, ठीक है ना। ਤਾਂ ਇਹ ਚੀਜ਼ਾਂ ਦੇ ਉੱਪਰ ਤਾਂ ਮੈਂ ਬੜੀ ਇੱਕੋ ਚੀਜ਼, ਜੇ ਖੈਰ ਉਹਨਾਂ ਦੀ ਜਗ੍ਹਾ ਤੇ ਮੈਂ ਹੁੰਦਾ ਤਾਂ ਮੈਂ ਰਸਤੇ 'ਚ ਚਾਰੋਂ ਟੋਲ ਪਲਾਜ਼ਿਆਂ ਤੇ ਰੁਕ ਕੇ ਜਾਂਦਾ ਵੀ ਭਾਈ ਤੁਹਾਡਾ ਕੰਟਰੈਕਟ ਕਿੰਨੇ ਟਾਈਮ ਦਾ, ਤੁਸੀਂ ਕਿਉਂ ਨਹੀਂ ਇਹ ਬੰਦ ਕਰ ਰਹੇ, ਤੁਸੀਂ ਉਹ ਜਿਹੜਾ ਬੰਦ ਹੋਣ ਵਾਲਾ ਸੀ ਉੱਥੇ ਜਾ ਕੇ ਉਹਨੂੰ ਵੀ ਤੁਸੀਂ ਰਾਤ ਨੂੰ 12 ਵਜੇ ਬੰਦ ਕਰਾਏ। ਵੀਰ ਜੀ ਇਹ ਟੋਲ ਤੇ ਤੁਸੀਂ ਕਾਫੀ ਸੰਘਰਸ਼ ਕੀਤਾ, ਟੋਲ ਵਾਲਾ ਐਮਐਲਏ ਮੈਨੂੰ ਲੱਗਦਾ ਤੁਹਾਨੂੰ ਕਹਿਣ ਲੱਗੇ ਸੀ ਸਰਕਾਰ ਜੀ ਜੀ ਤੇ ਹੁਣ ਤੁਹਾਡੇ ਕੋਲ ਟਾਈਮ ਵੀ ਹੈਗਾ ਜੀ ਤਾਂ ਹੈ ਨਹੀਂ ਜੀ ਤਾਂ ਪੰਜਾਬ ਦੇ ਵਿੱਚ ਜੋ ਤੁਸੀਂ ਪਹਿਲਾਂ ਗੱਲ ਕੀਤੀ ਕਿ ਹੋਰ ਵੀ ਬੜੇ ਟੋਲ ਆ ਜਿਨ੍ਹਾਂ ਟਾਈਮ ਲੱਗ ਚੁੱਕਿਆ ਤਾਂ ਕੀ ਦਲਵੀਰ ਗੋਲਡੀ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਪੂਰੇ ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਨੂੰ ਲੈ ਕੇ ਸੰਘਰਸ਼ ਹੋ ਸਕਦਾ, ਕਿਹੜੇ ਟਾਈਮ ਪੂਰਾ ਕਰਕੇ ਕਿਹੜੇ ਨਜਾਇਜ਼ ਚੱਲ ਰਹੇ ਨੇ? ਹਾਂ ਬਿਲਕੁਲ, ਆਲਰੇਡੀ ਮੇਰੇ ਕੋਲੇ ਕਾਫੀ ਟੋਲ ਪਲਾਜ਼ਾ ਨੇ ਜਿਹੜੇ ਲੱਗੇ ਹੋਏ ਨੇ, ਉਹਨਾਂ ਦੀ ਆਰਟੀਆਈ ਪਾ ਕੇ ਬਕਾਇਦਾ ਉਹਨਾਂ ਦੇ ਕੰਟਰੈਕਟ ਦੀਆਂ ਕਾਪੀਆਂ ਮੈਂ ਲੈ ਕੇ ਰੱਖੀਆਂ ਹੋਈਆਂ ਨੇ ਜੀ। ਤੇ ਕੁਝ ਜਿਹੜੀਆਂ ਰਹਿੰਦੀਆਂ ਵੀ ਨੇ, ਕਿਉਂਕਿ ਕੱਲ ਦੀ ਬਹੁਤ ਕਾਲਸ ਆ ਰਹੀਆਂ ਨੇ, ਇਸ ਤੋਂ ਪਹਿਲਾਂ ਵੀ ਕਾਫੀ ਕਾਲਸ ਆਈਆਂ, ਤੇ ਮੈਂ ਬਿਲਕੁਲ ਇਹ ਲੋਕਾਂ ਦੇ ਪੱਖ ਦੀ ਗੱਲ ਆ। ਤੇ ਜਿੱਥੇ ਵੀ ਮੈਨੂੰ ਲੋਕ ਯਾਦ ਕਰਨਗੇ ਇਸ ਚੀਜ਼ ਦੇ ਵਿੱਚ, ਜਾਂ ਉਸ ਤੋਂ ਬਿਨਾਂ ਵੀ ਇੱਕ ਪੰਜਾਬ ਦਾ ਵਾਸੀ ਹੋਣ ਦੇ ਨਾਤੇ ਇਹ ਲੜਾਈ ਆ ਜਿਹੜੀ ਉਹ ਲੜਾਂਗੇ। ਤੇ ਸਾਰੇ ਕੰਟਰੈਕਟ ਹੋ ਸਕਿਆ ਤਾਂ ਅਸੀਂ ਸਾਰੇ ਕੰਟਰੈਕਟ ਲੈ ਕੇ ਮੈਂ ਮੁੱਖ ਮੰਤਰੀ ਸਾਹਿਬ ਕੋਲੇ ਜਾਣ ਦੀ ਵੀ ਕੋਸ਼ਿਸ਼ ਕਰੂੰਗਾ ਕਿ ਆਹ ਕੰਟਰੈਕਟ ਨੇ ਭਾਈ ਇਹ ਲੋਕਾਂ ਨੂੰ ਨਿਜਾਤ ਦਿੱਤੀ ਜਾਵੇ। ਇੱਕ ਮਿੰਟ ਵਿੱਚ ਹੈ ਜੀ, ਦੋ 2009 ਚ ਇਹਦਾ ਕੰਟਰੈਕਟ ਖਤਮ ਹੋ ਗਿਆ ਸੀ ਜੀ ਲਾਡੋਵਾਲ ਦਾ, 2009 ਚ। ਅੱਜ 2022 ਚੱਲ ਰਹੀ ਆ, 13 ਸਾਲ ਹੋ ਗਏ ਸਾਨੂੰ, ਸਾਡੇ ਲੋਕ ਜਿਹੜੀਆਂ ਜੇਬਾਂ ਚੋਂ ਆਪਦੇ ਪੈਸੇ ਦਿੰਦੇ ਹਨ। ਲਾਡੋ ਵਾਲੇ ਦਾ ਮੈਂ ਅਲੱਗ ਤੋਂ ਕਰ ਦੂੰਗਾ ਜੀ। ਅੱਜ ਜਿਹੜੀ ਮੇਰੀ ਮੇਨ ਮੋਟਿਵ ਸੀਗਾ, ਅੱਜ ਇਹ ਧੂਰੀ ਟੋਲ ਪਲਾਜ਼ਾ ਨੂੰ ਲੈ ਕੇ ਸੀਗਾ, ਬਟ ਇਹ ਲਾਡੋਵਾਲ ਤੁਹਾਨੂੰ ਮੈਂ ਦੱਸਦਾ ਕਿ ਇਹ ਜਿਹੜਾ ਸਟੇਟ ਆਫ ਪੰਜਾਬ ਫੰਕਸ਼ਨਿੰਗ ਇਹਦੀ ਅੰਡਰ ਆ ਜੀ, ਇਹ ਪੰਜਾਬ ਗਵਰਨਮੈਂਟ ਦੇ ਅੰਡਰ ਹੀ ਫੰਕਸ਼ਨਿੰਗ ਜਿਹੜੀ ਇਹਦੀ ਚੱਲ ਰਹੀ ਆ, ਤੇ 13 ਸਾਲ ਹੋ ਗਏ ਜੀ। ਤੇ ਇਹ ਜਿਹੜੀ ਚੀਜ਼ ਨੂੰ, ਤੇ ਇਹਦੀ ਥੋੜੀ ਹੋਰ ਡਿਟੇਲਸ ਨੇ ਜਿਹੜੀਆਂ ਉਹ ਮੈਂ ਤੁਹਾਡੇ ਰੂਬਰੂ ਜ਼ਰੂਰ ਕਰਾਂਗਾ ਜੀ। ਜੀ ਇਹਦੇ 'ਚ ਤੁਸੀਂ ਮੰਨੋ ਜੀ, ਫਿਰੋਜ਼ਪੁਰ ਤੋਂ ਫਾਜ਼ਿਲਕਾ ਦੀ ਗੱਲ ਕਰੀਏ, ਹੁਸ਼ਿਆਰਪੁਰ ਤੋਂ ਟਾਂਡਾ ਦੀ ਗੱਲ ਕਰੀਏ, ਕੋਟਕਪੂਰਾ, ਮੋਗਾ, ਪਟਿਆਲਾ, ਕਰਾਲੀ, ਸਿਸਵਾਂ, ਪਟਿਆਲਾ ਤੋਂ ਮਲੇਰਕੋਟਲਾ ਦੀ ਰੋਡ ਦੀ ਜੇ ਗੱਲ ਕਰੀਏ, ਜਗਰਾਉਂ, ਨਕੋਦਰ, ਇੱਕ ਸਾਡੇ ਮੈਂ ਪਿੱਛੇ ਲੋਕ ਸਭਾ ਇਲੈਕਸ਼ਨ ਵੀ ਕੰਟੈਸਟ ਕਰੀ ਸੀ, ਤਾਂ ਸਾਡੇ ਇੱਕ ਬਰਨਾਲੇ ਦੇ ਨੇੜੇ ਵੀ ਇੱਕ ਟੋਲ ਪਲਾਜ਼ਾ, ਉੱਥੇ ਦੇ ਪਿੰਡ ਵਾਲਿਆਂ ਨੂੰ, ਤਕਰੀਬਨ ਆਲੇ ਦੁਆਲਿਆਂ ਨੂੰ ਉਹਨਾਂ ਨੇ ਹੁਣ ਐਗਜ਼ੈਂਪਟ ਕਰਿਆ ਥੋੜਾ ਟਾਈਮ ਪਹਿਲਾਂ। ਜੇ 300 ਰੁਪਈਆ ਲੱਗਦਾ ਸੀ ਇੱਕ ਪਾਸੇ ਦਾ, 300 ਰੁਪਈਆ, ਯਾਨੀ ਕਿ ਮੈਨੂੰ ਲੱਗਦਾ ਵੀ ਇਹ ਕੋਈ ਸਰਕਾਰ ਨੂੰ ਇਹਦੇ ਤੇ ਵੀ ਕੰਮ ਕਰਨਾ ਚਾਹੀਦਾ ਵੀ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਹੋਣੇ ਚਾਹੀਦੇ ਨੇ, ਜਾਂ ਆਲੇ ਦੁਆਲੇ ਦੇ ਜਿੰਨੇ ਪਿੰਡ ਨੇ ਜਾਂ ਲੋਕ ਨੇ ਉਹਨਾਂ ਦੇ ਉੱਪਰ ਪੈਸੇ ਲੱਗਣੇ ਚਾਹੀਦੇ ਨੇ। ਇਹਦੇ ਤੇ ਸੋਚਣਾ ਚਾਹੀਦਾ, ਇਹ ਬਹੁਤ ਗੰਭੀਰ ਮੁੱਦਾ, ਤਾਂ ਕਿ ਗਵਰਨਮੈਂਟ ਆਫ ਪੰਜਾਬ, ਮੈਂ ਉਹਨਾਂ ਦਾ ਯਾਨੀ ਕਿ ਵੈਸੇ ਵਿਰੋਧੀ ਹਾਂ ਅਸੀਂ ਪੋਲੀਟੀਕਲ ਉਹਦੇ ਤੋਂ, ਬਟ ਲੋਕਾਂ ਦੇ ਸੁੱਖ ਸਹੂਲਤਾਂ ਲਈ ਮੈਂ ਜਿੰਨੀ ਕੁ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਮੈਂ ਲੈ ਕੇ ਜਾਣ ਨੂੰ ਤਿਆਰ ਹਾਂ, ਤੇ ਮੈਂ ਬੜੇ ਵਧੀਆ ਤਰੀਕੇ ਨਾਲ ਇਹ ਸਾਰੀ ਚੀਜ਼ ਉਹਨਾਂ ਕੋਲੇ ਰੱਖ ਸਕਦਾ, ਕਿਉਂਕਿ ਮੈਂ ਹੋਮਵਰਕ ਕਰਿਆ ਹੋਇਆ 2014 ਤੋਂ ਲੜ ਰਿਹਾ। ਸੋ ਮੈਨੂੰ ਲੱਗਦਾ ਕਿ ਆਪਾਂ ਵਧੀਆ ਤਰੀਕੇ ਨਾਲ ਲੋਕਾਂ ਦਾ ਇਹਦੇ 'ਚ ਫਾਇਦਾ ਹੋ ਸਕਦਾ ਜੇ ਮੀਡੀਆ ਵੀ ਮੇਰਾ ਸਾਥ ਦੇਊਗਾ। ਤੁਸੀਂ ਪਹਿਲਾਂ ਵੀ ਮੇਰਾ ਬਹੁਤ ਵਧੀਆ ਤਰੀਕੇ ਨਾਲ ਹਰ ਇੱਕ ਜਗ੍ਹਾ ਤੇ ਸਾਥ ਦਿੱਤਾ, ਯੂਨੀਵਰਸਿਟੀ ਤੋਂ ਲੈ ਕੇ ਹੁਣ ਤੱਕ। ਸੋ ਮੇਰਾ ਜਿਹੜਾ ਮੁੱਦਾ, ਮੈਨੂੰ ਐਂ ਲੱਗਦਾ ਹੁੰਦਾ ਕਿ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਾ ਕਰਾਂ ਵੀ ਆਹ ਗੱਲ ਤੇ ਸਰਕਾਰ ਨੂੰ ਨਾ ਘੇਰਾਂ, ਉਹ ਗੱਲ ਤੇ ਸਰਕਾਰ ਨੂੰ ਨਾ ਘੇਰਾਂ। ਜਿਹੜੀ ਗੱਲ ਐਕਚੁਅਲ 'ਚ ਗਰਾਊਂਡ ਰਿਐਲਿਟੀ ਆ, ਮੈਂ ਉਸੇ ਚੀਜ਼ ਨੂੰ ਤੁਹਾਡੇ ਨਾਲ ਜਿਹੜੀ ਸਾਂਝੀ ਕਰਨ ਦੇ ਵਿੱਚ ਲੱਗਿਆ। ਬਿਲਕੁਲ ਕਰ ਦੇਣਾ ਚਾਹੀਦਾ ਸੀ, ਕਿਉਂਕਿ ਮੈਂ ਤਾਂ ਲਗਾਤਾਰ ਉਸ ਟਾਈਮ ਤੋਂ ਲੜ ਰਿਹਾ 2014 ਤੋਂ। ਜੇ ਉਹ ਦੋ ਸ਼ਬਦ ਕਹਿ ਵੀ ਦਿੰਦੇ ਤਾਂ ਮੈਨੂੰ ਲੱਗਦਾ ਕਿ ਮੇਰੇ ਮਨ 'ਚ ਉਹਨਾਂ ਦਾ ਸਤਿਕਾਰ ਹੋਰ ਵੱਧ ਜਾਣਾ ਸੀਗਾ, ਕਿਉਂਕਿ ਇਹ ਨਹੀਂ ਹੈਗਾ ਵੀ ਮੁੱਖ ਮੰਤਰੀ ਸਾਹਿਬ ਅੱਜ ਦੇ ਜਾਣਦੇ ਨੇ, ਜਦੋਂ ਮੈਂ ਯੂਨੀਵਰਸਿਟੀ 'ਚ ਰੁਖਸਤ ਫੰਕਸ਼ਨ ਕਰਾਉਂਦਾ ਸੀ ਉਸ ਟਾਈਮ ਤੇ, ਯਾਨੀ ਕਿ ਸਭ ਤੋਂ ਪਹਿਲਾਂ ਇੱਥੇ ਐਜ਼ ਅ ਸੈਲੀਬ੍ਰਿਟੀ ਅਸੀਂ ਉਹਨਾਂ ਨੂੰ ਬੁਲਾਇਆ ਸੀਗਾ। ਸੋ ਇਹ ਗੱਲ ਨਹੀਂ, ਮੈਂ ਇਹੀ ਚੀਜ਼ ਉਹਨਾਂ ਨੂੰ ਬਾਰ-ਬਾਰ ਕਹਿਣੀ ਚਾਹਣਾ ਕਿ ਪੰਜਾਬ ਨੇ ਬਹੁਤ ਹੰਢਾ ਲਿਆ ਇਹ, ਕਿ ਉਹ ਆਉਂਦਾ ਉਹਦੇ ਤੇ ਉਂਗਲਾਂ ਚੱਕਣੀਆਂ ਸ਼ੁਰੂ ਕਰ ਦਿੰਦਾ, ਉਹ ਆਉਂਦਾ ਉਹਦੇ ਤੇ। ਲੋਕਾਂ ਨੂੰ ਰਾਹਤ ਕਦੋਂ ਮਿਲੂਗੀ? ਅੱਜ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਆ ਜੀ। ਜੀ ਇਹ ਵੈਸੇ ਨਾ ਬੜੀ ਮੰਦਭਾਗੀ ਗੱਲ ਜੀ ਲੱਗੀ ਕੱਲ ਮੈਨੂੰ, ਤੇ ਕਈਆਂ ਨੇ ਜਿਵੇਂ ਬਾਕੀ 11 ਪਲੇਅਰ ਖੇਲਦੇ ਨੇ ਉਵੇਂ ਉਹ ਵੀ ਖੇਲ ਰਿਹਾ ਸੀ, ਤੇ ਇਹ ਕੋਈ ਵੀ ਟੀਮ ਦਾ ਪਲੇਅਰ, ਮੈਂ ਖੁਦ ਵੀ ਖੇਲਦਾ ਰਿਹਾ, ਸਪੋਰਟਸਮੈਨ ਰਿਹਾ, ਤੇ
ਟੀਮ ਦੇ ਸਿਰ ਤੇ ਜੇ ਇੱਕ ਅੱਧੇ ਬੰਦੇ ਤੋਂ, ਕਿਉਂਕਿ ਇਹੀ ਤਾਂ ਜਿੱਤ ਹਾਰ ਦਾ ਸਿਸਟਮ ਹੁੰਦਾ। ਜੇ ਉਹਨੇ ਅੱਜ ਕਿੱਥੇ ਤਾਂ ਉਹਨੂੰ ਆਪਾਂ ਨੇ ਬੂਸਟ ਕਰਨਾ ਸੀਗਾ ਵੀ ਉਹਦਾ ਦੂਸਰਾ ਮੈਚ ਸੀਗਾ ਸਿਰਫ ਇਹ ਪਾਕਿਸਤਾਨ ਦੇ ਅਗੇਂਸਟ, ਕਿੱਥੇ ਤਾਂ ਆਪਾਂ ਨੇ ਉਹਨੂੰ ਬੂਸਟ ਕਰਨਾ ਸੀਗਾ, ਤੇ ਉਹਦੇ ਬਜਾਏ ਲਾਸਟ ਓਵਰ ਉਹਨੇ ਕਿੰਨਾ ਜ਼ਬਰਦਸਤ ਕਰਿਆ, ਸਾਰੀਆਂ ਯਾਰਕਰਾਂ ਮਾਰੀਆਂ ਉਹਨੇ। ਜੇ ਉਸ ਤੋਂ ਸੈਕਿੰਡ ਲਾਸਟ ਓਵਰ ਸਾਡਾ ਬੌਲਰ ਸਹੀ ਕਰ ਜਾਂਦਾ ਤਾਂ ਅਸੀਂ ਜਿੱਤ ਜਾਣਾ ਸੀਗਾ। ਮੇਰੇ ਕਹਿਣ ਦਾ ਮਤਲਬ ਕਿ ਆਪਾਂ ਟਾਰਗੇਟ ਇਹ ਨਾ, ਜੋ ਧਰਮਵਾਦ ਜਾਤਵਾਦ ਇਹ ਖੋਖਲਾ ਕਰ ਰਿਹਾ ਸਾਡੇ ਸਿਸਟਮ ਨੂੰ, ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਸਾਨੂੰ ਉਹਦੇ ਹੱਕ 'ਚ ਜਾਣਾ ਚਾਹੀਦਾ, ਤੇ ਇੱਕ ਨੌਜਵਾਨ ਦੀ ਪਿੱਠ ਥਪਤ ਪਾਣੀ ਚਾਹੀਦੀ ਹੈ ਕਿ ਉਹ ਇੱਕ ਚੰਗਾ ਪਲੇਅਰ ਆ। ਬਿਲਕੁਲ ਇਹ ਸਾਰੀਆਂ ਚੀਜ਼ਾਂ ਨਰਪਿੰਦਰ ਜੀ, ਮੈਂ ਉਹ ਗੱਲ ਉਹੀ ਕਰ ਰਿਹਾ ਕਿ ਜਾਤ ਪਾਤ ਵਾਲੇ ਸਿਸਟਮ ਤੇ ਨਾ ਬਹੁਤ ਸਾਰਾ ਜਿਹੜੀ ਕੰਟਰੋਵਰਸੀਜ਼ ਹੋ ਚੁੱਕੀਆਂ ਨੇ, ਤੇ ਮੈਨੂੰ ਲੱਗਦਾ ਜਿਹੜੇ ਆਪਣੇ ਗੁਰੂ ਸਾਹਿਬਾਨ ਸੀ ਜਾਂ ਜਿਹੜੇ ਸਾਡੇ ਜਿਨ੍ਹਾਂ ਨੂੰ ਵੀ ਆਪਾਂ ਦੇਵੀ ਦੇਵਤਿਆਂ ਨੂੰ ਮੰਨਦੇ ਆ, ਉਹ ਤਾਂ ਇਹ ਚੀਜ਼ਾਂ ਤੋਂ ਪਰੇ ਸੀਗੇ, ਉਹਨਾਂ ਦੀਆਂ ਸਿੱਖਿਆਵਾਂ ਹੀ ਹੋਰ ਸੀਗੀਆਂ। ਇਹ ਤਾਂ ਆਪਾਂ ਨੇ ਬਣਾ ਲਈਆਂ ਕਿਉਂਕਿ ਕੁਝ ਕੁ ਮੇਰੇ ਵਰਗੇ ਲੀਡਰ ਜਿਹੜੇ ਵੋਟਾਂ ਲਈ ਕਰਦੇ ਨੇ, ਕੁਝ ਕੁ ਕਿਸੇ ਤਰੀਕੇ ਨਾਲ ਕਰਦੇ ਨੇ। ਸੋ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ। ਆਪਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਏਕਤਾ ਰੱਖਣੀ ਚਾਹੀਦੀ ਹੈ। ਅੱਛਾ ਜੀ, ਅੱਜ ਜੀ ਜੀ ਇਹਦੇ ਤੇ ਜੀ ਦੇਖੋ, ਕਾਨੂੰਨ ਆਪਦੀ ਲੜਾਈ ਲੜ ਰਿਹਾ ਜੀ, ਠੀਕ ਹੈ, ਉਹ ਕਾਨੂੰਨੀ ਲੜਾਈ ਲੜ ਰਹੇ ਨੇ, ਤੇ ਚੰਗੀ ਗੱਲ ਆ ਜੀ। ਦੇਖੋ ਇਹ ਸਾਰਿਆਂ ਦੇ ਸਾਹਮਣੇ ਆ ਜਾਣਾ ਵੀ ਐਕਚੁਅਲ 'ਚ ਸੱਚ ਕੀ ਸੀਗਾ, ਤੇ ਉਹੀ ਲੜਾਈ ਜਿਹੜੀ ਮੈਂ ਅੱਜ ਤੱਕ ਵਕਾਲਤ ਜਿਹੜੀ ਲੜਦਾ ਰਿਹਾ, ਪਰ ਕੱਲ ਮੁੱਖ ਮੰਤਰੀ ਸਾਹਿਬ ਮੇਰਾ ਨਾਂ ਹੀ ਭੁੱਲ ਗਏ ਉੱਥੇ ਲੈਣਾ, ਠੀਕ ਹੈ। ਜਿਹੜੀਆਂ ਇਹ ਚੀਜ਼ਾਂ ਨੇ, ਇਹਦੇ ਤੇ ਵੀ ਆਪਾਂ ਨੂੰ ਦੇਖੋ ਕਾਨੂੰਨ ਨੇ ਆਪਣਾ ਕੰਮ ਕਰਨਾ, ਤੇ ਸਾਨੂੰ ਸਾਡੀ ਪਾਰਟੀ ਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਆ ਕਿ ਉਹ ਸੱਚ ਨੂੰ ਸੱਚ ਕਹਿਣਗੇ। ਮੁਹਾਲੀ ਦੇ ਵਿੱਚ ਜੋ ਲਿਖਿਆ ਤਾਂ ਕੀ ਲੱਗਦਾ ਕਿੱਥੇ ਕਮੀਆਂ ਰਹਿ ਜਾਂਦੀਆਂ, ਸਾਡੇ ਸਿਸਟਮ ਵਿੱਚ ਕਮੀਆਂ, ਜਾਂ ਜੇ ਪਰਮਿਸ਼ਨਾਂ ਨੂੰ ਦਿੱਤੀਆਂ ਗਈਆਂ ਤਾਂ ਕਿਤੇ ਕਮੀ ਰਹੇਗੀ? ਮੈਨੂੰ ਲੱਗਦਾ ਇਹ ਮਸ਼ੀਨਰੀ ਹੈ ਜੀ। ਆ ਪਿੱਛੇ ਜੇ ਤੁਸੀਂ ਨੇ ਟਿੰਬਲ ਟ੍ਰੇਨ ਦਾ ਦੇਖਿਆ ਹੋਣਾ, ਉਹ ਰਸਤੇ 'ਚ ਰੁਕ ਗਈ ਸੀ, ਉਸ ਤੋਂ ਪਹਿਲਾਂ ਵੀ ਇੱਕ ਵਾਰ ਰਸਤੇ 'ਚ ਰੁਕ ਗਈ ਸੀ। ਸੋ ਟਿੰਬਲ ਟ੍ਰੇਨ ਦਾ ਵੀ ਅਜਿਹੀ ਘਟਨਾ ਹੋ ਗਈ, ਜਾਂ ਬਾਹਰੇ ਵੀ ਇਹੋ ਜਿਹੀਆਂ ਬਹੁਤ ਪ੍ਰੋਬਲਮਸ ਆਉਂਦੀਆਂ ਨੇ। ਮੈਨੂੰ ਲੱਗਦਾ ਕਿ ਥੋੜੀ ਜਿਹੀ ਕਿਤੇ ਨਾ ਕਿਤੇ ਕਮੀ ਹੈ ਜਿਹੜੀ ਇਹ, ਜਿਵੇਂ ਸਮਝ ਲਓ ਬਾਹਰ ਵੀ ਕਈ ਇੰਸੀਡੈਂਟ ਇਹੋ ਜਿਹੇ ਆਪਾਂ ਦੇਖੇ ਨੇ, YouTube ਤੇ ਤੁਸੀਂ ਸਰਚ ਕਰੋਗੇ ਤਾਂ ਇਹਦੇ 'ਚ ਕੋਈ ਆਪਾਂ ਇੱਕ ਬੰਦੇ ਨੂੰ ਪਾਰਟਿਕੂਲਰ ਕਸੂਰਵਾਰ ਨਹੀਂ ਕਹਿ ਸਕਦੇ। ਤੇ ਮੈਂ ਤਾਂ ਇਹੀ ਕਹਾਂਗਾ ਕਿ ਜਦੋਂ ਵੀ ਅਜਿਹੀਆਂ ਚੀਜ਼ਾਂ ਹੋਣੀਆਂ ਨੇ, ਉਹਨਾਂ ਨੂੰ ਹੋਰ ਚੰਗੀ ਤਰ੍ਹਾਂ ਉਹਨਾਂ ਦੀ ਜਿਹੜੀ ਪੜਤਾਲ ਕਰਕੇ, ਯਾਨੀ ਕਿ ਉਹ ਮਸ਼ੀਨਰੀਆਂ ਨੂੰ ਫਿੱਟ ਕਰਨਾ ਚਾਹੀਦਾ। ਚੰਗੀ ਗੱਲ ਆ ਜੀ, ਜੋ ਵੀ ਭਲਾਈ ਲਈ ਕੰਮ ਹੋ ਰਿਹਾ ਉਹਦੇ ਲਈ ਹਰ ਇੱਕ ਚੀਜ਼ ਲਈ ਅਸੀਂ ਵੈਲਕਮ ਕਰਾਂਗੇ ਤੇ ਚੰਗੀ ਗੱਲ ਕਵਾਂਗੇ। ਬਾਕੀ ਇਹਦੇ ਬਾਰੇ ਬਹੁਤ ਹੀ ਜ਼ਿਆਦਾ ਡਿਟੇਲ ਤੁਹਾਨੂੰ ਟੀਚਰ ਸਾਹਿਬਾਨ ਹੀ ਦੱਸ ਸਕਦੇ ਨੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦਾ ਕਿ ਆਪਦੇ ਇਸ ਭਰਾ ਨਾਲ ਤੁਸੀਂ ਇਸੇ ਤਰੀਕੇ ਨਾਲ